ਜਿਸਨੂੰ ਮਤਿ ਆਵੈ ਸੋ ਸਤਿਗੁਰ ਮਾਹੀ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੈ ਬਾਣੀ ਬਿਰਲੋ ਵਿਚਾਰਸੀ। ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਮਾਰੋ ਮਹੱਲਾ ਪਹਿਲਾ। ਸਾਚੀ ਕਾਰ ਕਮਾਵਣੀ ਹੋਰ ਲਾਲਚ ਬਾਦ। ਇਹ ਮਨ ਸਾਚ ਮੋਹਿਆ ਜਿਹਵਾ ਸਚ ਸਾਧ। ਬਿਨ ਨਾਮੈ ਕੋ ਰਸ ਨਹੀਂ ਹੋਰ ਚਲੈ ਬਿਖਲਾਦ। ਐਸਾ ਲਾਲਾ ਮੇਰੇ ਲਾਲ ਕੋ ਸੁਣ ਖਸਮ ਹਮਾਰੇ। ਜਿਉ ਫੁਰਮਾਵੈ ਤਿਉ ਚਲਾਂ ਸਚ ਲਾਲ ਪਿਆਰੇ। ਰਹਾਉ ਅਨ ਦਿਨ ਲਾਲੇ ਚਾਕਰੀ ਗੋਲੇ ਸਿਰ ਮੀਰਾ। ਗੁਰ ਬਚਨੀ ਮਨ ਵੇਚਿਆ ਸ਼ਬਦ ਮਨ ਧੀਰਾ। ਗੁਰ ਪੂਰੇ ਸ਼ਾਬਾਸ਼ ਹੈ ਕਾਟੈ ਮਨ ਪੀਰਾ। ਲਾਲਾ ਗੋਲਾ ਧਣੀ ਕੋ ਕਿਆ ਕਹਉ ਵਡਿਆਈਐ। ਭਾਣੈ ਬਖਸ਼ੇ ਪੂਰਾ ਧਣੀ ਸਚ ਕਾਰ ਕਮਾਈਐ। ਵਿਛੋੜਿਆਂ ਕਾ ਮੇਲ ਲਏ ਗੁਰ ਕਾ ਬਲ ਜਾਈਐ। ਲਾਲੇ ਗੋਲੇ ਮਤ ਖਰੀ ਗੁਰ ਕੀ ਮਤ ਨੀਕੀ। ਸਾਚੀ ਸੁਰਤ ਸੁਹਾਵਣੀ
मन मुख मत फीकी, मन तन तेरा तू प्रभु, सच तीरक तुर की, साज बैसन उठना, सच भोजन पाखिया, चित सचै वितो सचा, साचा रस चाखिया, साचै घर साचै रखे, गुर बचन सुभाखिया, मन मुख को आलस कणो, फाथे उजाड़ी, फाथा चुगै नित चोगड़ी, लग बंद विगाड़ी, गुर प्रसादी मुक्त होए, साचे निज ताड़ी, अनहत लाला बेदिया, प्रभ हेत प्यारी, बिन साचे जियो जल बलो, झूठे विकारी, बाद कारा सब छोड़िया, साची तर तारी, जिनी नाम विसारिया, तिना ठार न ठाओ, लाल लालच त्यागिया, पाया हर नाम, तू बख्शे ता मेल लहै, नानक बल जाओ, जिनी नाम विसारिया, तिना ठौर न ठाओ, लाल लालच त्यागिया, पाया हर नाम, तू बख्शे ता मेल लहै, नानक बल जाओ। वाहिगुरु जी का खालसा, वाहिगुरु जी की फतेह। इस पावन शब्द की विचार सिंह साहिब भाई सुखदर्शन सिंह जी हेड ग्रंथी साहब गुरुद्वारा मोती बाग साहब आप जी को सरवण करवाउणगे। शेरे पंजाब महाराजा रणजीत सिंह जी की बरसी मनाने वास्ते जथा पाकिस्तान जाना है। जिन्हों ने जाना होवे अपना पासपोर्ट, 4 फोटो, 200 रुपया वीजा फीस, पहचान पत्र दीयां कापियां 10 तरीक तो पहला गुरुद्वारा रकाबगंज साहब जमा करवा दिओ। जो ट्रेन का रेल गड्डी का खर्चा है दिल्ली तो लैके बॉर्डर तक, वो दिल्ली से गुरुद्वारा प्रबंधक कमेटी आप करेगी। सो समय अनुसार अपने बेनती पत्र दे दिओ ताकि यात्रा का ठीक योग प्रबंध किया जा सके। वाहिगुरु जी का खालसा, वाहिगुरु जी की फतेह। एक ओंकार सतनाम करता पुरख निर्भव
ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ। ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੂੰ। ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਵਰਨ ਨਾ ਸਕੂੰ। ਤੂੰ ਠਾਕੁਰ ਊਚ ਭਗਵਾਨਾ। ਪਰਮ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ, ਆਪ ਜੀ ਪਰਮ ਵਡਭਾਗੇ ਹੋ ਜੋ ਬਾਲਾ ਪ੍ਰੀਤਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਸ਼ੋਭਾ ਦੇ ਵਿੱਚ ਪਾਵਨ ਬਚਨ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ। ਜਿਸ ਡਿਠੇ ਸਭ ਦੁੱਖ ਜਾਏ, ਉਹਨਾਂ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਪਾਵਨ ਮੁਕੱਦਸ ਸਥਾਨ ਗੁਰਦੁਆਰਾ ਬੰਗਲਾ ਸਾਹਿਬ, ਆਪ ਜੀ ਦਰਸ਼ਨ ਪਰਸਦਿਆਂ ਹੋਇਆਂ ਜੁਗੋ ਜੁਗ ਅਟਲ ਸ਼ਬਦ ਗੁਰੂ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਧੁਰ ਕੀ ਅਕਾਲੀ ਬਾਣੀ ਦੇ ਰਾਹੀਂ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਪਰਮੇਸ਼ਵਰ ਵੱਲੋਂ ਬਖਸ਼ੇ ਹੋਏ ਇਸ ਅਮੋਲਕ ਜਨਮ ਨੂੰ ਸੁਕਾਰਥਾ ਕਰ ਰਹੇ ਸੀ। ਚੰਗੇ ਭਾਗਾਂ ਨਾਲ, ਵੱਡੇ ਭਾਗਾਂ ਨਾਲ ਸਤਿਗੁਰਾਂ ਦੇ ਇਹ ਪਾਵਨ ਦਰ ਦੀ ਹਾਜ਼ਰੀ ਪ੍ਰਾਪਤ ਹੋਇਆ ਕਰਦੀ ਹੈ। ਸੋ ਆਪ ਜੀ ਭਾਗਾਂ ਵਾਲੇ, ਸਮਾਂ ਹੈ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਦਾ। ਗੁਰ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸਤਿਕਾਰਯੋਗ ਸਿੰਘ ਸਾਹਿਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ, ਉਹਨਾਂ ਪਾਸੋਂ ਚੱਲ ਰਹੀ ਪਾਵਨ ਲੜੀਵਾਰ ਕਥਾ ਅਤੇ ਅੱਜ ਜੋ ਸ਼ਬਦ ਸਰਵਣ ਕੀਤਾ ਹੈ, ਮਾਰੂ ਰਾਗ ਵਿੱਚ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਿਆ ਹੋਇਆ ਸ਼ਬਦ 10 ਅੰਗ ਤੇ ਸ਼ਿਸ਼ੋਭਤ
ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਵਿੱਚ ਸੱਚ ਦੀ ਗੱਲ ਕੀਤੀ, ਭਾਵ ਕਿ ਸੱਚੀ ਕਾਰ ਦੀ, ਅਤੇ ਸੇਵਕ ਦੀ ਗੱਲ ਕੀਤੀ ਹੈ। ਅਤੇ ਸੇਵਕ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇੱਥੇ ਸੇਵਕ ਦੇ ਪ੍ਰਥਾਏ ਲਾਲਾ ਸ਼ਬਦ ਵਰਤੇ ਹੈ। ਇਹ ਲੜੀਵਾਰ ਇਹ ਜੋ ਕਈ ਸ਼ਬਦ ਚੱਲ ਰਹੇ ਹੈ, ਗੁਰੂ ਪਾਤਸ਼ਾਹ ਮਹਾਰਾਜ ਨੇ ਆਪਣੀ ਮੌਜ ਦੇ ਵਿੱਚ ਲਾਲਾ ਸ਼ਬਦ ਹੀ ਸੇਵਕ ਵਾਸਤੇ, ਜਨ ਵਾਸਤੇ ਵਰਤੇ ਹੈ। ਭਾਵੇਂ ਇਹ ਸਮਅਰਥੀ ਸ਼ਬਦ ਹੈ, ਸੇਵਕ, ਲਾਲਾ, ਚਾਕਰ, ਨੌਕਰ, ਪਰ ਥੋੜਾ ਜਿਹਾ ਭੇਦ ਹੋਇਆ ਕਰਦਾ ਹੈ। ਲਾਲਾ ਆਮ ਤੌਰ ਤੇ ਗੋਲੇ ਦੇ ਨਾਲ ਮਿਲਦਾ ਹੋਇਆ ਸ਼ਬਦ, ਗੁਲਾਮ ਦੇ ਨਾਲ ਮਿਲਦਾ ਹੋਇਆ ਸ਼ਬਦ। ਨੌਕਰ, ਚਾਕਰ ਅਤੇ ਲਾਲੇ, ਗੋਲੇ ਵਿੱਚ ਥੋੜਾ ਜਿਹਾ ਭੇਦ ਹੋਇਆ ਕਰਦਾ ਹੈ। ਨੌਕਰ ਨੇ ਨੌਕਰੀ ਕਰਨੀ ਹੈ, ਚਾਕਰ ਨੇ ਚਾਕਰੀ ਕਰਨੀ ਹੈ, ਅਤੇ ਉਹਦੇ ਰੁਝਾਨੇ ਦੇ ਵਿੱਚ ਉਹਨੂੰ ਤਨਖਾਹ ਮਿਲਣੀ ਹੈ। ਪਰ ਜੋ ਗੁਲਾਮ ਹੋਇਆ ਕਰਦਾ ਹੈ, ਉਸ ਨੂੰ ਕੁਝ ਮਿਲਦਾ ਨਹੀਂ। ਸੰਸਾਰੀ ਤੌਰ ਤੇ ਜੋ ਸੰਸਾਰੀ ਰਾਜੇ ਮਹਾਰਾਜਿਆਂ ਦਾ, ਸੰਸਾਰੀ ਲੋਕਾਂ ਦਾ ਜੋ ਗੁਲਾਮ ਹੈ, ਜੋ ਦਾਸ ਹੈ, ਪੁਰਾਤਨ ਸਮੇਂ ਮਨੁੱਖਾਂ ਨੂੰ ਵੇਚਿਆ ਜਾਂਦਾ ਸੀ। ਅੱਜ ਭਾਵੇਂ ਇਹ ਰਿਵਾਜ ਨਹੀਂ, ਸੰਸਾਰ ਥੋੜਾ ਜਿਹਾ ਜਾਗਰੂਕ ਹੋਇਆ ਹੈ, ਹੋ ਸਕਦਾ ਕਿਤੇ ਕਿਤੇ ਇਹ ਚੱਲਦਾ ਹੋਵੇ। ਪੁਰਾਣੇ ਸਮੇਂ ਦੇ ਵਿੱਚ ਮਨੁੱਖਾਂ ਨੂੰ ਖਰੀਦ ਲਿਆ ਜਾਂਦਾ ਸੀ, ਫਿਰ ਜੋ ਉਹਦਾ ਮਾਲਕ ਕਹਿੰਦਾ ਸੀ, ਉਸੇ ਮਾਲਕ ਦੇ ਮੁਤਾਬਕ ਉਸ ਗੋਲੇ ਨੂੰ, ਉਸ ਲਾਲੇ ਨੂੰ ਉਹ ਕਾਰਜ ਕਰਨਾ ਪੈਂਦਾ ਸੀ। ਜਿਵੇਂ ਬਚਨ ਆਉਂਦਾ ਹੈ, ਮੁੱਲ ਖਰੀਦੀ ਲਾਲਾ ਗੋਲਾ, ਮੁੱਲ ਖਰੀਦ ਲਾਲਾ, ਮੁੱਲ ਖਰੀਦ ਗੋਲਾ। ਪਰ ਇਹ ਤਾਂ ਸੰਸਾਰੀ ਲਾਲਿਆਂ ਦੀ, ਸੰਸਾਰੀ ਗੋਲਿਆਂ ਦੀ, ਸੰਸਾਰੀ ਸੇਵਕਾਂ ਦਾਸਾਂ ਦੀ ਗੱਲ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੀ ਗੱਲ ਕੀਤੀ ਹੈ ਕਿ ਜਿਹੜਾ ਆਪਣੇ ਮਨ ਨੂੰ ਵੇਚ ਕੇ ਗੁਰੂ ਦਾ ਦਾਸ, ਗੁਰੂ ਦਾ ਸੇਵਕ ਬਣ ਜਾਂਦਾ ਹੈ, ਜਿਹੜਾ ਗੁਲਾਮ ਗੁਰੂ ਦਾ ਬਣ ਜਾਂਦਾ ਹੈ, ਜਿਹੜਾ ਗੁਲਾਮ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਬਣ ਜਾਂਦਾ ਹੈ, ਉਸ ਗੁਲਾਮ ਦੀ, ਉਸ ਸੇਵਕ ਦੀ, ਉਸ ਦਾਸ ਦੀ ਗੱਲ ਕੀਤੀ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ। ਫਿਰ ਉਹਨੂੰ ਤਨਖਾਹ ਨਹੀਂ, ਉਹਨੂੰ ਉਹਦੀ ਮਿਹਨਤ ਦਾ ਕੱਲਾ ਇਵਜ਼ਾਨਾ ਨਹੀਂ, ਫਿਰ ਗੁਰੂ ਵੱਲੋਂ, ਪ੍ਰਭੂ ਪਰਮਾਤਮਾ ਵੱਲੋਂ ਐਸੇ ਦਾਸ ਨੂੰ, ਐਸੇ ਗੋਲੇ ਨੂੰ, ਐਸੇ ਲਾਲੇ ਨੂੰ ਫਿਰ ਉਹਦੇ ਜੀਵਨ ਦਾ ਹੀ ਪਾਰ ਉਤਾਰਾ, ਬਖਸ਼ਿਸ਼ਾਂ ਦੀ ਰਹਿਮਤ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਪਰਮੇਸ਼ਰ ਦੇ ਵੱਲੋਂ। ਬਸ ਸ਼ਰਤ ਇੰਨੀ ਕੁ ਕਿ ਲਾਲਾ ਬਣਦੀ, ਸੇਵਕ ਬਣਦੀ, ਦਾਸ ਬਣਦੀ ਜਾਚ ਆ ਜਾਵੇ, ਜੁਗਤ ਆ ਜਾਵੇ, ਗੱਲ ਇੰਨੀ ਹੈ। ਅਤੇ ਇੱਥੇ ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹ ਲਾਲਾ, ਉਹ ਸੇਵਕ, ਉਹ ਦਾਸ ਜੋ ਉਸ ਮਾਲਕ ਦੇ ਹੁਕਮ ਦੇ ਵਿੱਚ ਹੈ,
ਉਸ ਦਾ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਵਿਵਰਣ ਦਿੱਤਾ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਰੰਭ ਦੀਆਂ ਪੰਕਤੀਆਂ ਵਿੱਚ ਇਹ ਖਿਆਲ ਦੇ ਦਿੱਤਾ, ਭਾਵੇਂ ਮੁੱਖ ਨੁਕਤਾ ਰਹਾਉ ਦੇ ਬੰਦ ਵਿੱਚ ਹੋਇਆ ਕਰਦਾ ਹੈ, ਪਰ ਇਹਦੇ ਨਾਲ ਨਾਲ ਆਰੰਭਤਾ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਚਨ ਕਰ ਦਿੱਤਾ ਕਿ ਸਾਚੀ ਕਾਰ ਕਮਾਵਨੀ, ਕਿ ਕਾਰ ਕਰਨੀ ਹੈ ਜੀਵਨ ਦੇ ਵਿੱਚ ਉਹ ਸੱਚੀ। ਹੁਣ ਸੱਚੀ ਕਾਰ ਹਰ ਤਰੀਕੇ ਨਾਲ, ਹਰ ਪੱਖ ਦੇ ਵਿੱਚ ਸੱਚੀ ਕਾਰ, ਸੰਸਾਰੀ ਜੀਵਨ ਦੇ ਵਿੱਚ ਵੀ ਸੱਚੀ ਕਾਰ, ਅਤੇ ਜੇ ਅਸੀਂ ਧਾਰਮਿਕ ਦੁਨੀਆ ਦੇ ਵਿਚਰ ਰਹੇ ਹਾਂ, ਧਰਮੀ ਭੇਖ ਦੇ ਵਿੱਚ ਵਿਚਰ ਰਹੇ ਹਾਂ, ਧਰਮੀ ਰੂਪ ਦੇ ਵਿੱਚ ਵਿਚਰ ਰਹੇ ਹਾਂ, ਤਾਂ ਵੀ ਸੱਚੀ ਕਾਰ। ਸੰਸਾਰ ਵਿੱਚ ਲੜਾਈ ਝਗੜੇ, ਸੰਸਾਰ ਵਿੱਚ ਅਸਹਿਣਸ਼ੀਲਤਾ ਦਾ ਮਾਹੌਲ, ਸਾਰੇ ਪਾਸੇ ਹਫੜਾ ਦਫੜੀ, ਇਹਦਾ ਕਾਰਨ ਕਿ ਸਾਡੀਆਂ ਖਾਸ਼ਾਂ ਬਹੁਤ ਜ਼ਿਆਦਾ, ਸਾਡਾ ਸਵਾਰਥ, ਸਾਡਾ ਲਾਲਚ ਭਾਰੂ, ਅਤੇ ਆਪਣੇ ਉਸ ਲਾਲਚ ਦੀ ਪੂਰਤੀ ਵਾਸਤੇ ਅਸੀਂ ਅਤ ਨੀਵੇਂ ਤੋਂ ਨੀਵਾਂ ਕਰਮ ਕਰਨ ਵਾਸਤੇ ਤਿਆਰ। ਭਾਵੇਂ ਅਸੀਂ ਧਾਰਮਿਕ ਖੇਤਰ ਵਿੱਚ ਹੋਈਏ ਅਤੇ ਭਾਵੇਂ ਸੰਸਾਰੀ ਦੁਨੀਆ ਵਿੱਚ, ਦੋਨਾਂ ਪੱਖਾਂ ਦੀ ਗੱਲ ਮੈਂ ਕਰਾਂਗਾ। ਕਿਉਂਕਿ ਕਿਸੇ ਵਿਦਵਾਨ ਨੇ ਲਿਖਿਆ ਹੈ ਕਿ ਸ਼ਾਇਦ ਉਹਨੇ ਲੋਕਾਂ ਦੀ ਬਰਬਾਦੀ, ਉਹਨੇ ਲੋਕਾਂ ਦੀ ਮੌਤ ਸੰਸਾਰੀ ਝਗੜਿਆਂ ਕਰਕੇ ਨਹੀਂ ਹੋਈ, ਜਿੰਨੀ ਧਾਰਮਿਕ ਝਗੜਿਆਂ ਕਰਕੇ ਹੋਈ ਹੈ। ਫਿਰ ਵਿਚਾਰ ਲਈਏ ਕਿ ਸੰਸਾਰ ਵਿੱਚ, ਸੰਸਾਰ ਦਾ ਇਤਿਹਾਸ ਵਿਚਾਰਿਆ, ਕਿਸੇ ਵਿਦਵਾਨ ਨੇ ਬੜੀ ਸੋਚ ਸਮਝ ਦੇ ਨਾਲ ਇਹ ਲਿਖਿਆ ਹੈ ਕਿ ਇੰਨੀ ਬਰਬਾਦੀ ਸੰਸਾਰੀ ਕਾਰਨਾਂ ਕਰਕੇ ਨਹੀਂ ਹੋਈ, ਜਿੰਨੀ ਧਾਰਮਿਕ ਕਾਰਨਾਂ ਕਰਕੇ। ਇਹਦਾ ਭਾਵ ਇਹ ਕਿ ਅਸੀਂ ਆਪਣੇ ਆਪ ਨੂੰ ਸੇਵਕ ਵਿਖਾਉਣੇ ਆ, ਅਸੀਂ ਆਪਣੇ ਆਪ ਨੂੰ ਰੱਬ ਦੇ ਦਾਸ ਵਿਖਾਉਣੇ ਆ, ਰੱਬ ਦੇ ਪਿਆਰੇ ਵਿਖਾਉਣੇ ਆ। ਮੈਂ ਇੱਕ ਧਰਮ ਦੀ ਗੱਲ ਨਹੀਂ ਕਰਦਾ, ਪੂਰੇ ਸੰਸਾਰ ਦੀ। ਅਤੇ ਦੁਨੀਆ ਦਾ ਕੋਈ ਐਸਾ ਮਨੁੱਖ ਨਹੀਂ, ਐਸਾ ਧਰਮ ਨਹੀਂ ਜਿਹੜਾ ਆਪਣੇ ਆਪ ਨੂੰ ਛੋਟਾ ਸਮਝਦਾ ਹੋਵੇ। ਇਸੇ ਕਰਕੇ ਇਹ ਝਗੜੇ, ਹਰ ਮਨੁੱਖ ਦੀ ਇੱਛਾ, ਹਰ ਧਰਮ ਦੇ ਅਨੁਯਾਈਆਂ ਦੀ ਇੱਛਾ ਕਿ ਜਿਹੜੇ ਅਕੀਦੇ ਨੂੰ, ਜਿਹੜੇ ਧਰਮ ਨੂੰ ਮੈਂ ਮੰਨਦਾ ਹਾਂ, ਸਾਰੀ ਦੁਨੀਆ ਤੇ ਉਹੀ ਧਰਮ ਹੋਵੇ। ਹਰ ਧਰਮਵਾਦ ਦੇ ਅਨੁਯਾਈ ਦੀ ਇਹੀ ਸੋਚ। ਪਰ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਅਤੇ ਜਿਨ੍ਹਾਂ ਸਤਿਪੁਰਖਾਂ ਦੀ, ਮਹਾਂਪੁਰਖਾਂ ਦੀ ਬਾਣੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ, ਉਹਨਾਂ ਨੇ ਇਹਨਾਂ ਬੰਧਨਾਂ ਤੋਂ ਆਜ਼ਾਦ ਹੋ ਕੇ ਸਮੁੱਚੀ ਮਾਨਵਤਾ ਦੀ ਗੱਲ ਕੀਤੀ। ਅਤੇ ਜਿਨ੍ਹਾਂ ਨੇ ਸਮੁੱਚੀ ਮਾਨਵਤਾ ਦੀ ਗੱਲ ਕੀਤੀ, ਉਹਨਾਂ ਦੀ ਬਾਣੀ ਹੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ। ਜਿਵੇਂ ਇਹ ਬਚਨ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਅਤੇ ਰੱਬ ਦੇ ਪਿਆਰੇ
ਦੇ ਹਿਰਦੇ ਦੇ ਵਿੱਚੋਂ ਇਹ ਅਰਦਾਸ ਨਿਕਲਦੀ ਹੈ, ਉਹ ਕਿਸੇ ਦਾ ਭਲਾ ਨਹੀਂ। ਜਿਵੇਂ ਸਾਡੀ ਵੀ ਇਹ ਅਰਦਾਸ ਦੀ ਪ੍ਰਥਾ ਹੈ, ਸਾਡੀ ਵੀ ਅਰਦਾਸ ਓਨੀ ਦੇਰ ਤੱਕ ਸੰਪੂਰਨਤਾ ਵਾਲੇ ਪਾਸੇ ਨਹੀਂ ਜਾਂਦੀ ਜਿੰਨੀ ਦੇਰ ਤੱਕ ਇਹ ਬਚਨ ਨਾ ਕਹੇ ਜਾਣ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅਤੇ ਪਾਵਨ ਗੁਰਬਾਣੀ ਵਿੱਚ ਵੀ ਇਹ ਬਚਨ ਹੈ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਹੋ ਉਬਾਰ। ਸੋ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਰਹਿਮਤ ਕੀਤੀ। ਬੇਸ਼ੱਕ ਉਹਨਾਂ ਨੇ 19 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ। ਫਿਰ ਚੌਥੇ ਤੇ ਪੰਜਵੇਂ ਪਾਤਸ਼ਾਹ ਮਹਾਰਾਜ ਨੇ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ, ਸਾਰੀ ਬਾਣੀ ਰਾਗਾਂ ਦੇ ਵਿੱਚ। ਪਰ ਆਮ ਜਿਹੜਾ ਜਨ ਸਧਾਰਨ ਵਿਅਕਤੀ ਰਾਗਾਂ ਬਾਬਤ, ਬਾਣੀ ਦੀ ਡੂੰਘੀ ਖੋਜ ਬਾਬਤ ਨਹੀਂ ਜਾਣਦਾ, ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸਿੱਧਾ ਸਾਦਾ ਸੱਚਾ ਉਪਦੇਸ਼, 3 ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਬਚਨ ਸੰਸਾਰ ਵਿੱਚ ਪ੍ਰਸਿੱਧ ਹੈ। ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਹੁਣ ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬੜੀ ਰਹਿਮਤ ਕੀਤੀ। ਇਹਨਾਂ ਦੀ ਇਹ ਤਰਤੀਬ ਹੈ, ਇਹਨਾਂ 3 ਬਚਨਾਂ ਦੀ। ਭਾਵੇਂ ਸਾਨੂੰ ਕੌੜਾ ਲੱਗੇ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪਹਿਲਾਂ ਧਰਮ ਦੀ ਗੱਲ ਨਹੀਂ ਕੀਤੀ, ਮਾਫ ਕਰਨਾ, ਨਾਮ ਜਪਣ ਦੀ ਗੱਲ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਪਹਿਲਾਂ ਨਹੀਂ ਕੀਤੀ। ਜੇ ਗੱਲ ਕੀਤੀ ਹੈ ਤਾਂ ਕਿਰਤ ਦੀ, ਪਹਿਲਾਂ ਕਿਰਤ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਸਿਧਾਂਤ ਇਹਨਾਂ 3 ਅਸੂਲਾਂ ਤੇ, ਅਤੇ ਇਸੇ ਦੇ ਪ੍ਰਚਾਰ ਪ੍ਰਸਾਰ ਵਾਸਤੇ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਸਾਰੀ ਦੁਨੀਆ ਦਾ ਚੱਕਰ ਲਾਇਆ। 4 ਵੱਡੀਆਂ ਯਾਤਰਾਵਾਂ ਕੀਤੀਆਂ ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ, ਤੇ ਸਤਿਗੁਰੂ ਨਾਨਕ ਪਾਤਸ਼ਾਹ ਉਹਨਾਂ ਉਦਾਸੀਆਂ ਦੇ ਵਿੱਚ, ਉਹਨਾਂ ਵੱਡੀਆਂ ਯਾਤਰਾਵਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਹਰ ਫਿਰਕੇ ਦੇ ਲੋਕਾਂ ਨੂੰ ਮਿਲਣ ਦਾ ਯਤਨ ਕੀਤਾ, ਹਰ ਪੱਖ ਵਾਲੇ ਲੋਕਾਂ ਨੂੰ ਮਿਲਣ ਦਾ ਯਤਨ ਕੀਤਾ, ਤੇ ਖਾਸ ਕਰਕੇ ਧਰਮੀ ਲੋਕਾਂ ਨੂੰ। ਧਰਮੀ ਦਾ ਭਾਵ ਜਿਨ੍ਹਾਂ ਦੇ ਲੇਬਲ ਲੱਗਿਆ ਸੀ ਧਰਮ ਦਾ, ਪੀਰ, ਫਕੀਰ, ਪੈਗੰਬਰ, ਦਰਵੇਸ਼, ਜਿਹੜੇ ਆਪਣੇ ਆਪ ਨੂੰ ਸੰਸਾਰ ਵਿੱਚ ਮਹਾਂਪੁਰਖ ਅਖਾਉਂਦੇ ਸੀ, ਦਰਵੇਸ਼ ਅਖਾਉਂਦੇ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਉਹਨਾਂ ਸਾਰਿਆਂ ਨੂੰ ਮਿਲੇ। ਸੋ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸਾਰਿਆਂ ਕੋਲ ਇੱਕੋ ਸੰਦੇਸ਼ ਕਿ ਹੇ ਭਾਈ, ਜੋ ਉਹ ਵਾਹਿਗੁਰੂ ਹੈ, ਪ੍ਰਭੂ ਪਰਮਾਤਮਾ ਹੈ, ਉਸ ਦਾ ਨਾਮ ਹੈ। ਉਹ ਨਾਮ ਜ਼ੁਬਾਨ ਤੋਂ ਆਰੰਭ ਨਹੀਂ ਹੁੰਦਾ, ਉਹ ਨਾਮ ਹਿਰਦੇ ਦੇ ਵਿੱਚੋਂ ਆਰੰਭ ਹੁੰਦਾ ਹੈ। ਸਰੀਰ ਦੀਆਂ ਧਰਮ ਦੀਆਂ ਕੀਤੀਆਂ ਹੋਈਆਂ ਕਿਰਿਆਵਾਂ ਸਿਰਫ ਪਖੰਡ ਦਾ ਰੂਪ ਹੈ। ਜੇ ਉਹਨਾਂ ਦੇ ਵਿੱਚ ਸਾਡੀ ਨੀਅਤ ਸ਼ਾਮਲ ਨਹੀਂ ਹੈ, ਸਾਡਾ ਮਨ ਸ਼ਾਮਲ ਨਹੀਂ ਹੈ। ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਨੇ ਇਹ ਬਚਨ ਕਹਿ ਦਿੱਤੇ ਹੈ, ਕਰਮ ਧਰਮ ਪਖੰਡ ਜੋ ਦੀਸੈ, 3 ਜਮ ਜਗਾਤੀ ਲੁਟੈ। ਕਿ ਇਹ ਕਰਮ ਧਰਮ, ਪੂਜਾ ਪਾਠ ਸਾਰਾ ਪਖੰਡ ਬਣ ਜਾਂਦਾ ਹੈ ਜਦੋਂ ਉਹਦੇ ਵਿੱਚ ਮਨ ਸ਼ਾਮਲ ਨਾ ਹੋਵੇ, ਸਾਡੀ ਨੀਅਤ ਸ਼ਾਮਲ ਨਾ ਹੋਵੇ। ਅਰਦਾਸ ਦੇ ਵਿੱਚ ਇੱਕ ਬਚਨ ਆਉਂਦਾ ਹੈ, ਅਰਦਾਸ ਜੋ ਨਿਤਾ ਪ੍ਰਤੀ ਸਾਡੇ ਨਿਤਨੇਮ ਦਾ ਹਿੱਸਾ,
ਭਾਵ ਕਿ ਸਾਡੀ ਰੋਜ਼ਾਨਾ ਦੀ ਰੋਹ ਰੀਤ ਦਾ ਹਿੱਸਾ ਅਸੀਂ ਦਿਨ ਦੇ ਵਿੱਚ ਕਈ ਵਾਰ ਅਰਦਾਸ ਕਰਦੇ ਹਾਂ, ਸੁਣਦੇ ਹਾਂ, ਅਤ ਜ਼ਰੂਰੀ ਹੈ। ਹੁਣ ਅਰਦਾਸ ਸ਼ੁਰੂ ਹੁੰਦੀ ਹੈ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਨਾਮ ਤੋਂ। ਫਿਰ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਾਅਦ 10 ਗੁਰੂ ਸਾਹਿਬਾਨ ਦਾ ਧਿਆਨ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਧਿਆਨ, 4 ਸਾਹਿਬਜ਼ਾਦਿਆਂ, 5 ਪਿਆਰਿਆਂ, 40 ਮੁਕਤਿਆਂ, ਹਠੀਆਂ ਜਪੀਆਂ, ਭਾਵ ਕਿ ਸਤਿਪੁਰਖ ਜਿਨ੍ਹਾਂ ਨੇ ਦੇਗ ਚਲਾਈ, ਤੇਗ ਵਾਹੀ, ਸ਼ਹੀਦੀਆਂ ਦਿੱਤੀਆਂ, ਅਤੇ ਫਿਰ 5 ਤਖਤਾਂ ਦਾ ਅਤੇ ਸਮੂਹ ਗੁਰਦੁਆਰਾਂ ਦਾ ਧਿਆਨ। ਅਰਦਾਸ ਦੇ ਵਿੱਚ ਇੱਥੋਂ ਤੱਕ ਸਾਡੇ ਵਿਰਸੇ ਦੀ ਗੱਲ ਅਤੇ ਸਾਡੇ ਧਿਆਨ ਦੀ ਗੱਲ। ਇਸ ਤੋਂ ਅੱਗੇ ਮੰਗਾਂ ਸ਼ੁਰੂ ਹੁੰਦੀਆਂ। ਇਸ ਤੋਂ ਅੱਗੇ ਸਾਡੀਆਂ ਮੰਗਾਂ ਸ਼ੁਰੂ ਹੁੰਦੀਆਂ, ਸਾਂਝੀਆਂ ਮੰਗਾਂ। ਭਾਵੇਂ ਅਖੀਰ ਤੇ ਜਿਸ ਪ੍ਰਯੋਜਨ ਵਾਸਤੇ ਅਰਦਾਸ ਕੀਤੀ ਜਾਂਦੀ ਹੈ ਉਹਦਾ ਯੋਗ ਸ਼ਬਦਾਂ ਵਿੱਚ ਜ਼ਿਕਰ ਹੋਇਆ ਕਰਦਾ ਹੈ। ਅਖੀਰ ਤੇ ਪਰਸਨਲ ਜੋ ਮੰਗ ਹੈ ਉਹਦੀ ਗੁਜ਼ਾਰਿਸ਼। ਪਰ ਉਸ ਤੋਂ ਪਹਿਲਾਂ ਕੁਝ ਮੰਗਾਂ ਸਾਡੀਆਂ ਸਾਂਝੀਆਂ ਹੋਇਆ ਕਰਦੀਆਂ, ਉਹਨਾਂ ਦਾ ਜ਼ਿਕਰ ਕਰਨਾ ਜ਼ਰੂਰੀ। ਅਤੇ ਮੈਂ ਅਰਜ਼ ਕਰ ਰਿਹਾ, ਜੋ ਪਹਿਲੀ ਮੰਗ ਹੈ ਨਾ, ਜਿੱਥੋਂ ਸਾਡੀਆਂ ਮੰਗਾਂ ਸ਼ੁਰੂ ਹੁੰਦੀਆਂ ਸਾਂਝੀਆਂ, ਪਹਿਲੀ ਸਾਡੀ ਸਾਂਝੀ ਮੰਗ ਕੀ ਹੈ? ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੈ। ਹੁਣ ਇੱਥੇ 3 ਵਾਰ ਵਾਹਿਗੁਰੂ ਸ਼ਬਦ ਆਉਂਦਾ ਹੈ। ਹੁਣ ਇੱਥੇ 2 ਵਾਰ ਜਾਂ 1 ਵਾਰ ਕਿਉਂ ਨਹੀਂ, ਸਿਰਫ 3 ਵਾਰ ਕਿਉਂ? ਇਹਦਾ ਖਾਸ ਭਾਵ ਹੈ ਸਤਿਗੁਰੂ ਨਾਨਕ ਦਾਤਾ ਜੀ ਦਾ ਉਹੀ ਨੁਕਤਾ, ਕਿਰਤ ਕਰੋ ਨਾਮ ਜਪੋ ਵੰਡ ਛਕੋ ਨੂੰ ਇਹ ਵਾਹਿਗੁਰੂ ਸ਼ਬਦ 3 ਵਾਰੀ ਆਉਂਦਾ ਹੈ। ਉਸੇ ਦਾ ਪ੍ਰਤੀਕ ਹੈ। ਇਹ ਦਰਸਾਉਂਦਾ ਸਾਨੂੰ ਕਿ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਹੈ ਹਿਰਦੇ ਕਰਕੇ। ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਹੈ ਜ਼ਬਾਨ ਕਰਕੇ। ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਹੈ ਅਸੀਂ ਆਪਣੇ ਕਰਮਾਂ ਕਰਕੇ। ਹੁਣ ਇਹ ਜੋ ਪ੍ਰਚਾਰ ਹੈ ਨਾ, ਇਹ ਪ੍ਰਚਾਰ ਜ਼ਰੂਰੀ ਨਹੀਂ ਕਿ ਅਸੀਂ ਸਟੇਜਾਂ ਤੇ ਬੈਠ ਕੇ ਕਰੀਏ। ਇਹ ਠੀਕ ਹੈ, ਹਰ ਧਰਮ ਦੀ ਰਵਾਇਤ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਸਿਖਾਇਆ ਹੈ ਇਹ ਗੁਰਦੁਆਰੇ, ਮਾਫ ਕਰਨਾ, ਇਕੱਲਾ ਪੂਜਾ ਸਥਾਨ ਨਹੀਂ। ਗੁਰਦੁਆਰੇ ਇਕੱਲਾ ਪੂਜਾ ਸਥਾਨ ਨਹੀਂ, ਹੋਰ ਧਰਮਾਂ ਦੇ ਇਹ ਪੂਜਾ ਸਥਾਨ ਹੋ ਸਕਦੇ ਹੈ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਗੁਰਦੁਆਰਾ ਸਾਹਿਬਾਨ ਨੂੰ, ਪਹਿਲਾਂ ਇਸ ਨੂੰ ਧਰਮਸ਼ਾਲਾ ਕਿਹਾ ਜਾਂਦਾ ਸੀ, ਧਰਮ ਦਾ ਘਰ। ਗੁਰਦੁਆਰਾ ਇਕੱਲਾ ਪੂਜਾ ਸਥਾਨ ਨਹੀਂ ਹੈ। ਗੁਰਦੁਆਰਾ ਇੱਕ ਟਕਸਾਲ ਹੈ। ਗੁਰਦੁਆਰਾ ਇੱਕ ਸਕੂਲ ਹੈ। ਇੱਥੋਂ ਅਸੀਂ ਸਿੱਖਿਆ ਲੈਣੀ ਹੈ ਕਿ ਜੀਵਨ ਵਿੱਚ ਵਿਚਰਨਾ ਕਿੱਥੋਂ ਹੈ, ਵਿਚਰਨਾ ਕਿਵੇਂ ਹੈ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ। ਗੁਰੂ ਦਰ ਤੇ ਆਉਣਾ ਸਿੱਖਿਆ ਲੈਣ ਵਾਸਤੇ, ਅਤੇ ਗੁਰੂ ਦਰ ਤੋਂ ਲਈ ਹੋਈ ਸਿੱਖਿਆ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਕਮਾਉਣਾ ਹੈ। ਹੁਣ ਗੁਰੂ ਘਰ ਤਾਂ ਅਸੀਂ ਥੋੜੇ ਸਮੇਂ ਵਾਸਤੇ ਹੀ ਆਉਣਾ ਹੈ ਨਾ, ਅਤੇ ਪ੍ਰਾਤਨ ਗੁਰਸਿੱਖ, ਮਾਫ ਕਰਨਾ, ਪ੍ਰਾਤਨ ਗੁਰਸਿੱਖਾਂ ਦੇ ਕੋਲ ਗੁਰੂ ਸਥਾਨ ਤੇ ਜਾਣ ਦਾ ਸਮਾਂ ਨਹੀਂ ਸੀ। ਜਾਂ ਦੂਜੇ ਲਫ਼ਜ਼ਾਂ ਵਿੱਚ ਪ੍ਰਾਤਨ ਗੁਰਸਿੱਖਾਂ ਦੇ ਕੋਲ ਇੰਨੇ ਜ਼ਿਆਦਾ ਗੁਰੂ ਘਰ ਨਹੀਂ ਸਨ, ਗੁਰੂ ਸਥਾਨ ਨਹੀਂ ਸਨ, ਧਰਮਸ਼ਾਲਾਵਾਂ ਨਹੀਂ ਸਨ। ਪਰ ਇਸ ਦੇ ਬਾਵਜੂਦ ਵੀ ਉਹਨਾਂ ਦਾ ਜੀਵਨ ਉੱਚਾ ਸੁੱਚਾ।
ਅੱਜ ਥਾਂ ਥਾਂ ਤੇ ਗੁਰੂ ਘਰ ਬਣੇ ਹੋਏ ਹੈ, ਗੁਰਧਾਮ ਬਣੇ ਹੋਏ ਹੈ, ਪਰ ਸਾਡੇ ਦੇ ਵਿੱਚ ਗਿਰਾਵਟ ਕਿਉਂ? ਕਿਉਂਕਿ ਅਸੀਂ ਇਸ ਮਕਸਦ ਨੂੰ ਸਮਝਿਆ ਹੀ ਨਹੀਂ ਕਿ ਗੁਰੂ ਘਰ ਜਾਣ ਦਾ ਮਕਸਦ ਕੀ ਹੈ। ਅਸੀਂ ਪੂਜਾ ਪਾਠ ਵਾਲੇ ਪਾਸੇ ਕਿ ਗੁਰਦੁਆਰੇ ਜਾਣਾ ਹੈ, ਮੱਥਾ ਟੇਕਣਾ ਹੈ ਅਤੇ ਮੱਥਾ ਟੇਕ ਕੇ ਬਸ ਸਤਿਕਾਰਯੋਗ ਭਾਈ ਸਾਹਿਬ ਪਾਸੋਂ ਫੁੱਲ ਲੈ ਲੈਣਾ, ਪੱਗ 'ਚ ਟੰਗ ਲੈਣਾ ਤੇ ਨਿਸ਼ਾਨ ਸਾਹਿਬ ਦੀਆਂ ਪਰਿਕਰਮਾ ਕਰਕੇ ਬਾਹਰੋਂ ਚੂਰਾ ਲੈ ਕੇ ਚਲੇ ਜਾਣਾ। ਸਾਡਾ ਧਰਮ ਇੰਨਾ ਕੁ, ਪਰ ਨਹੀਂ। ਗੁਰੂ ਪਾਤਸ਼ਾਹ ਮਹਾਰਾਜ ਜੋ ਬਚਨ ਕਹਿ ਰਹੇ ਹੈ, ਕਿਉਂਕਿ ਸਾਡਾ ਗੁਰੂ ਕੌਣ ਹੈ ਅੱਜ? ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ, ਉਸ ਵਾਹਿਗੁਰੂ ਪ੍ਰਭੂ ਪ੍ਰਮਾਤਮਾ ਦਾ ਖਾਸ ਰੂਪ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਏ। ਬਚਨ ਆਉਂਦਾ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਪਾਰੋਕਾਰਾ ਸਾਡਾ ਪ੍ਰਤੱਖ ਤੌਰ ਤੇ, ਪਰ ਗੱਲ ਕਿੱਥੇ ਕਿ ਅਸੀਂ ਗੁਰਦੁਆਰੇ ਆਉਣੇ ਆ ਸਿਰਫ ਪੂਜਾ ਤੱਕ, ਮੱਥਾ ਟੇਕਣ ਤੱਕ ਸੀਮਤ। ਸਾਨੂੰ ਤਾਂ ਸ਼ਾਇਦ ਮੱਥਾ ਟੇਕਣ ਦਾ ਪਤਾ ਵੀ ਨਹੀਂ ਹੈ। ਮਾਫ ਕਰਨਾ, ਮੱਥਾ ਤੇ ਸਾਰੇ ਟੇਕਦੇ ਆ, ਮੱਥਾ ਟੇਕਣ ਦਾ ਭਾਵ ਨਹੀਂ ਪਤਾ ਸਾਨੂੰ। ਅਸੀਂ ਪ੍ਰਕਰਮਾ ਕਰਦੇ ਹਾਂ, ਪ੍ਰਕਰਮਾ ਦਾ ਭਾਵ ਨਹੀਂ ਪਤਾ। ਇਹ ਦੋ ਗੱਲਾਂ ਜਾਣਨਾ ਸਾਡੇ ਵਾਸਤੇ ਜ਼ਰੂਰੀ। ਮੱਥਾ ਟੇਕਣ ਦਾ ਭਾਵ ਕੀ ਹੈ? ਮੱਥਾ ਟੇਕਣ ਦਾ ਭਾਵ ਹੈ, ਹੇ ਸਤਿਗੁਰੂ ਦਾਤਾ, ਹੇ ਸਤਿਗੁਰੂ ਜੀ, ਮੈਂ ਆਪ ਜੀ ਦੇ ਦਾਤੇ ਆਇਆ, ਮੇਰਾ ਸਿਰ ਝੁਕਿਆ, ਮੇਰਾ ਸੀਸ ਝੁਕਿਆ ਤੁਹਾਡੇ ਦਰ ਤੇ ਅਤੇ ਮੈਂ ਤੁਹਾਡਾ ਹੋਇਆ। ਇਹ ਸਾਡਾ ਗੁਰੂ ਦੇ ਨਾਲ ਵਾਅਦਾ ਹੁੰਦਾ ਮੱਥਾ ਟੇਕਣ ਤੋਂ ਬਾਅਦ ਕਿ ਹੇ ਸਤਿਗੁਰੂ ਪਾਤਸ਼ਾਹ, ਮੈਂ ਹੈ ਤੁਹਾਡਾ ਸੇਵਕ। ਕਿਉਂਕਿ ਮੱਥਾ ਉਹਦੇ ਅੱਗੇ ਟੇਕਿਆ ਜਾਂਦਾ ਹੈ ਨਾ ਜਿਹਦੀ ਗੱਲ ਮੰਨਣੀ ਹੋਵੇ। ਅਤੇ ਜੇ ਸਲਾਮ ਜਵਾਬ ਦੋਵਾਂ ਕਰੇ, ਮੁੰਡੋ ਕੋਥਾ ਜਾਇਓ, ਕਾਹਦਾ ਸੇਵਕ ਹੋ ਗਿਆ ਜੇ ਮਾਲਕ ਦੀ ਗੱਲ ਹੀ ਨਾ ਮੰਨੇ। ਅਸੀਂ ਸੱਚੇ ਸਤਿਗੁਰਾਂ ਨੂੰ ਸੱਚੇ ਪਾਤਸ਼ਾਹ ਜਾਣਦੇ ਹਾਂ ਅਤੇ ਸੱਚਾ ਪਾਤਸ਼ਾਹ ਜਾਣਦੇ ਹਾਂ ਮੱਥਾ ਟੇਕਦੇ ਹਾਂ। ਗੱਲ ਕੀ ਹੈ? ਤੁਧਨੋਂ ਨਿਮਨ ਮੰਨਣ ਤੇਰਾ ਨਾਉ। ਮੱਥਾ ਟੇਕਣ ਦਾ ਭਾਵ ਇਹ, ਮੱਥਾ ਟੇਕਣ ਦਾ ਭਾਵ ਇਹ ਕਿ ਹੇ ਸਤਿਗੁਰੂ ਦਾਤਾ, ਮੇਰਾ ਸੀਸ ਤੁਹਾਡੇ ਅੱਗੇ ਝੁਕ ਰਿਹਾ ਹੈ ਅਤੇ ਉਹ ਭਾਵਨਾ ਮਨ ਵਿੱਚ ਕਿ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਕਿ ਹੇ ਦਾਤਾ, ਮੇਰੀ ਮਤ ਨਹੀਂ ਹੈ। ਅਤੇ ਪਾਵਨ ਗੁਰਬਾਣੀ ਦੇ ਵਿੱਚ ਵੀ ਇਹ ਜ਼ਿਕਰ ਆਉਂਦਾ ਹੈ ਕਿ ਹੇ ਸਤਿਗੁਰੂ ਦਾਤਾ, ਮੇਰੀ ਮਤ ਨਹੀਂ ਹੈ, ਆਪ ਕਿਰਪਾ ਕਰੋ। ਦੀਜਾ ਬੁੱਧ ਵਿਵੇਕਾ, ਵਿਵੇਕ ਬੁੱਧੀ ਦੀ ਦਾਤ। ਅਤੇ ਵਿਵੇਕ ਬੁੱਧੀ ਦੀ ਦਾਤ ਅਸੀਂ ਅਰਦਾਸ ਵਿੱਚ ਵੀ ਮੰਗਦੇ ਹਾਂ ਅਤੇ ਅਰਦਾਸ ਵਿੱਚ ਸੁਖ ਹੈ। ਸਤਿਗੁਰੂ ਦਾਤਾ ਕਿਰਪਾ ਕਰਨ। ਮੱਥਾ ਟੇਕਣ ਦਾ ਭਾਵ ਸਮਝ ਆ ਜਾਵੇ ਕਿ ਹੇ ਸਤਿਗੁਰੂ ਜੀ, ਅਸੀਂ ਤੁਹਾਡੇ ਬਚਨ ਮੰਨਣੇ ਆ। ਹੇ ਸਤਿਗੁਰੂ ਪਾਤਸ਼ਾਹ ਕਿਰਪਾ ਕਰ। ਤੇ ਹਰ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਸੀਂ ਪ੍ਰਕਰਮਾ ਵੀ ਕਰਦੇ ਹਾਂ। ਪ੍ਰਕਰਮਾ ਦਾ ਭਾਵ ਕੀ ਹੈ? ਪ੍ਰਕਰਮਾ ਦਾ ਭਾਵ ਇਹ ਕਿ ਹੇ ਸਤਿਗੁਰੂ ਦਾਤਾ, ਅਸੀਂ ਪਰਨ ਕੀਤਾ ਹੈ, ਤੁਹਾਡੇ ਅੱਗੇ ਸੀਸ ਝੁਕਾਇਆ ਹੈ, ਤੁਹਾਨੂੰ ਸਤਿਗੁਰੂ ਜਾਣਿਆ ਹੈ, ਅਸੀਂ ਤੁਹਾਡੇ ਸੇਵਕ, ਤੂੰ ਸਾਡਾ ਮਾਲਕ। ਅਤੇ ਪ੍ਰਕਰਮਾ ਦਾ ਭਾਵ ਹੈ ਸਤਿਗੁਰੂ ਪਾਤਸ਼ਾਹ, ਜੋ ਤੁਹਾਡੇ ਨਾਲ ਅਸੀਂ ਬਚਨ ਕੀਤਾ ਹੈ, ਜੋ ਤੁਹਾਡੇ ਅੱਗੇ ਅਸੀਂ ਸੀਸ ਨਿਵਾਇਆ ਹੈ, ਅਸੀਂ ਤੁਹਾਡੇ ਬਚਨਾਂ ਤੋਂ ਕੁਰਬਾਨ ਜਾਂਦੇ ਹਾਂ। ਸਤਿਗੁਰਾਂ ਦੇ ਬਚਨਾਂ ਤੋਂ ਕੁਰਬਾਨ ਜਾਣਾ, ਸਤਿਗੁਰਾਂ ਦੇ ਬਚਨਾਂ ਤੋਂ ਬਲਹਾਰ ਜਾਣਾ, ਸਤਿਗੁਰਾਂ ਦੇ ਬਚਨਾਂ ਤੋਂ ਰਤਾ ਪਰ ਪਾਸੇ ਨਾ ਜਾਣਾ। ਪ੍ਰਕਰਮਾਂ ਦਾ ਭਾਵ ਤਾਂ ਇਹ ਹੋਇਆ ਕਰਦਾ ਹੈ। ਤੇ ਅਸੀਂ ਤਾਂ ਸਾਰਾ ਦਿਨ ਪ੍ਰਕਰਮਾ ਕਰੀ ਜਾਂਦੇ ਹਾਂ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਪਾਵਨ ਗੁਰਬਾਣੀ ਵਿੱਚ ਸਮਝਾ ਦਿੱਤਾ ਹੈ ਕਿ ਹੇ ਭਾਈ ਪਿਆਰਿਆ,
ਤੂੰ ਗੁਰੂ ਦਰ ਤੇ ਆਉਣਾ ਹੈ, ਇੱਕ ਵਾਰੀ ਨਹੀਂ, ਭਾਵੇਂ ਤੂੰ 100 ਵਾਰੀ ਆਉਂਦਾ ਰਹਿ, ਤੇਰਾ ਆਉਣਾ ਸਫਲ ਤਾਂ ਜੇ ਤੂੰ ਗੁਰੂ ਦੀ ਗੱਲ ਮੰਨੇਗਾ। ਭਾਵੇਂ 100 ਵੇਰਾ ਆਵੋ ਜਾਓ, ਇੱਕ ਵਾਰੀ ਦੀ ਗੱਲ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਤਾਂ 100 ਵਾਰ ਦੀ ਗੱਲ ਵੀ ਕਰ ਦਿੱਤੀ ਹੈ, ਪਰ 100 ਵਾਰੀ ਗੁਰਦੁਆਰੇ ਆਉਂਦਾ ਰਹਿ। ਜਿੰਨੀ ਦੇਰ ਤੱਕ ਤੇਰੀ ਸੋਚ ਨਹੀਂ ਬਦਲਦੀ, ਜਿੰਨੀ ਦੇਰ ਤੱਕ ਤੂੰ ਆਪਣੀ ਮੱਤ ਛੱਡ ਕੇ ਗੁਰੂ ਦੀ ਮੱਤ ਨੂੰ ਗ੍ਰਹਿਣ ਨਹੀਂ ਕਰਦਾ, ਤੇਰੇ ਜੀਵਨ ਦੇ ਵਿੱਚ ਸੱਚੀ ਕਾਰ ਨਹੀਂ ਆਉਂਦੀ। ਇਹ ਗੱਲ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇਕੱਲੀ ਕਹੀ ਨਹੀਂ, ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸੱਚੀ ਕਾਰ ਕਰਨ ਵਾਲਿਆਂ ਦੀ ਇੱਜ਼ਤ ਵੀ ਕੀਤੀ ਹੈ। ਇਹ ਗੱਲ ਮੈਂ ਆਪ ਜੀ ਨਾਲ ਹੋਰ ਸਾਂਝੀ ਕਰ ਦੇਵਾਂ। ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪ ਚੱਲ ਕੇ, ਸਿੰਘ ਸਾਹਿਬ ਬੜੇ ਵਿਦਵਾਨ ਜਾਣਦੇ ਆ, ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਲਾਲੋ ਦੇ ਘਰੇ ਚੱਲ ਕੇ ਗਏ, ਬੜੀ ਪ੍ਰਸਿੱਧ ਸਾਖੀ ਹੈ। ਪਰ ਆਪ ਜੀ ਦੇ ਯਾਦ ਹੋਏਗਾ, ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਭਾਈ ਲਾਲੋ ਨਹੀਂ ਸੀ ਜਾਣਦਾ। ਕਿੱਡੀ ਵੱਡੀ ਗੱਲ। ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਲਾਲੋ ਨੂੰ ਜਾਣਦੇ ਸੀ, ਭਾਈ ਲਾਲੋ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਨਹੀਂ ਸੀ ਜਾਣਦਾ। ਪਰ ਫਿਰ ਵੀ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਚੱਲ ਕੇ ਆਪ ਗਏ ਭਾਈ ਲਾਲੋ ਦੇ ਘਰ, ਅਤੇ ਇੱਕ ਨਹੀਂ, ਇਤਿਹਾਸ ਵਿੱਚ ਆਉਂਦਾ ਹੈ ਸਤਿਗੁਰੂ ਪਾਤਸ਼ਾਹ 20-20 ਦਿਨ, 25-25 ਦਿਨ, ਮਹੀਨਾ ਭਾਈ ਲਾਲੋ ਦੇ ਘਰ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿੰਦੇ ਰਹੇ, ਅਤੇ ਭਾਈ ਲਾਲੋ ਦੇ ਕੋਲ ਬੈਠ ਕੇ ਉਹਨੂੰ ਸਦਾ ਵਾਸਤੇ ਅਮਰ ਕਰ ਦਿੱਤਾ। ਉਹਦੇ ਕੋਲ ਬੈਠ ਕੇ ਇੱਕ ਪਾਵਨ ਗੁਰਬਾਣੀ ਦਾ ਸ਼ਬਦ ਵੀ ਉਚਾਰਨ ਕੀਤਾ, ਅਤੇ 7 ਵਾਰ ਉਹਦੇ ਵਿੱਚ ਭਾਈ ਲਾਲੋ ਦਾ ਨਾਮ ਆਉਂਦਾ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬਾਬਰ ਦੇ ਨਾਲ ਸੰਬੰਧਿਤ ਆਉਣ ਵਾਲੇ ਸਮੇਂ ਬਾਬਤ ਸਾਰੀ ਜਾਣਕਾਰੀ ਦਿੰਦੇ ਆ। ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਭਾਈ ਲਾਲੋ ਦੇ ਕੋਲ ਬੈਠ ਕੇ ਗੱਲ ਸਮਝਾ ਦਿੱਤੀ। ਭਾਵ ਕਿ ਭਾਈ ਲਾਲੋ ਕੋਲ ਕਿਉਂ ਗਏ ਸਤਿਗੁਰੂ ਪਾਤਸ਼ਾਹ? ਕਿਉਂਕਿ ਭਾਈ ਲਾਲੋ ਕੋਲ ਸੱਚੀ ਕਿਰਤ ਸੀ, ਭਾਈ ਲਾਲੋ ਕੋਲ ਸੱਚਾ ਜੀਵਨ ਸੀ, ਅਤੇ ਉਹਦੇ ਸੱਚੇ ਜੀਵਨ ਦੀ ਕਦਰ ਕਰਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਪਾਵਨ ਗੁਰਬਾਣੀ ਵਿੱਚ ਬਚਨ ਕੀਤਾ ਹੈ ਕਿ ਅਸਲੀ ਜੀਵਨ ਦਾ ਮਕਸਦ ਤਾਂ ਉਹ ਜਾਣਦਾ ਹੈ ਜਿਹੜਾ ਆਪ ਸੱਚੀ ਕਿਰਤ ਕਰਦਾ ਹੈ, ਅਤੇ ਆਪਣੀ ਕੀਤੀ ਹੋਈ ਸੱਚੀ ਕਿਰਤ ਵਿੱਚੋਂ ਦੂਜਿਆਂ ਨੂੰ ਵੀ ਕੁਝ ਦਿੰਦਾ ਹੈ, ਉਹਨਾਂ ਦਾ ਵੀ ਭਲਾ ਕਰਦਾ ਹੈ, ਲੋੜਵੰਦਾਂ ਦੀ ਉਹ ਮਦਦ ਵੀ ਕਰਦਾ ਹੈ। ਸਤਿਗੁਰਾਂ ਦੇ ਪਾਵਨ ਬਚਨ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਨੈ ਸੇ। ਸੋ ਮੈਂ ਅਰਜ਼ ਕੀਤੀ ਸੀ ਕਿ ਪ੍ਰਾਤਨ ਗੁਰਸਿੱਖ ਚੜ੍ਹਦੀ ਕਲਾ ਵਿੱਚ ਕਿਉਂ? ਕਿਉਂਕਿ ਉਹ ਮਨ ਕਰਕੇ ਸਤਿਗੁਰਾਂ ਨਾਲ ਜੁੜੇ ਹੋਏ ਸਨ। ਪ੍ਰਾਤਨ ਗੁਰਸਿੱਖ ਸਾਲ ਬਾਅਦ, 6 ਮਹੀਨਿਆਂ ਬਾਅਦ, ਕਈ ਸਾਲਾਂ ਬਾਅਦ ਸਤਿਗੁਰਾਂ ਦੇ ਦਰ ਤੇ ਆਉਂਦੇ ਸੀ। ਦੇਖੋ, ਸਰੀਰਕ ਤੌਰ ਤੇ ਉਹ ਸਤਿਗੁਰਾਂ ਤੋਂ ਦੂਰ ਰਹਿੰਦੇ ਸੀ, ਪਰ ਮਨ ਕਰਕੇ ਨੇੜੇ। ਹੁਣ ਮੱਖਣ ਸ਼ਾਹ ਲਬਾਣਾ ਸਤਿਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਨੂੰ ਪ੍ਰਗਟ ਕਰਨ ਵਾਲੇ ਬਾਲਾ ਪ੍ਰੀਤਮ, ਜਿਨ੍ਹਾਂ ਨੇ ਸਤਿਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਨੂੰ ਗੁਰਤਾ ਗੱਦੀ ਦੇ ਬਚਨ ਕਹੇ ਇਸੇ ਸਥਾਨ ਤੇ। ਹੁਣ ਪਤਾ ਨਹੀਂ ਕਿੰਨਾ ਸਮਾਂ ਪਹਿਲਾਂ ਉਹ ਗੁਰੂ ਘਰ ਕਿਤੇ ਆਇਆ ਹੋਏਗਾ। ਸੋ ਮੇਰਾ ਭਾਵ ਇਹ ਨਹੀਂ ਹੈ ਕਿ ਸਾਨੂੰ ਰੋਜ਼ਾਨਾ ਗੁਰਦੁਆਰੇ ਨਹੀਂ ਆਉਣਾ ਚਾਹੀਦਾ, ਭਾਵ ਕਿ ਸਾਨੂੰ ਅੱਜ ਸਹੂਲਤ ਇੰਨੀ ਮਿਲ ਗਈ ਹੈ, ਜਗ੍ਹਾ ਜਗ੍ਹਾ ਤੇ ਗੁਰੂ ਘਰ, ਅਤੇ ਜਗ੍ਹਾ ਜਗ੍ਹਾ ਤੇ ਗੁਰੂ ਘਰ ਹੋਣ ਦੇ ਬਾਵਜੂਦ ਵੀ ਅਸੀਂ ਗੁਰੂ ਦੀ ਮੱਤ ਨੂੰ ਕਿਉਂ ਨਹੀਂ ਗ੍ਰਹਿਣ ਕਰ ਸਕਦੇ? ਭਾਈ ਸਾਹਿਬ ਭਾਈ ਗੁਰਦਾਸ ਜੀ ਬੜੇ ਵੱਡੇ ਵਿਦਵਾਨ ਹੋਏ ਹੈ, ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਲਿਖਣ ਦਾ ਮਾਣ ਹਾਸਲ ਹੈ। ਉਹਨਾਂ ਨੇ ਵੀ
ਅਤੇ ਤੁਰਕੀ ਬਾਣੀ ਦੇ ਵਿੱਚ ਵੀ ਇਹ ਨੁਕਤੇ ਸਾਡੇ ਨਾਲ ਸਾਂਝੇ ਕੀਤੇ ਗਏ ਹੈ। ਉਹਨਾਂ ਨੇ ਇਹ ਜ਼ਿਕਰ ਕੀਤਾ ਹੈ ਕਿ ਹੇ ਭਾਈ, ਮੱਝ ਦੇ ਜਾਂ ਗਊ ਦੇ ਥਣਾ ਦੇ ਨਾਲ ਲੱਗਿਆ ਹੋਇਆ ਚਿੱਚੜ 24 ਘੰਟੇ ਮੱਝ ਦੇ ਜਾਂ ਗਾਂ ਦੇ ਥਣਾ ਦੇ ਨਾਲ ਰਹਿੰਦਾ ਹੈ, ਪਰ ਇਸ ਦੇ ਬਾਵਜੂਦ ਵੀ ਉਹਦੇ ਭਾਗਾਂ ਵਿੱਚ ਦੁੱਧ ਨਹੀਂ ਹੈ। ਥਣ ਤੇ ਲੱਗਿਆ ਹੋਇਆ ਚਿੱਚੜ, ਉਸਨੇ ਖੂਨ ਚੂਸਣਾ ਹੈ, ਦੁੱਧ ਉਹਦੇ ਭਾਗਾਂ ਵਿੱਚ ਨਹੀਂ। ਦੂਰੋਂ ਆਉਣ ਵਾਲਾ ਬੱਚਾ, ਦੂਰੋਂ ਆਉਣ ਵਾਲਾ ਮੱਝ ਦਾ ਇਹ ਕੱਟਾ, ਇਹ ਉਹ ਦੁੱਧ ਹਾਸਲ ਕਰ ਜਾਂਦੇ ਹੈ। ਉਹ ਕੁਝ ਦੂਰੀ ਤੇ ਹੋਇਆ ਕਰਦੇ ਹੈ, ਜਦੋਂ ਮਾਲਕ ਛੱਡਦਾ ਹੈ ਉਦੋਂ ਉਹਨਾਂ ਨੂੰ ਦੁੱਧ ਮਿਲ ਜਾਂਦਾ ਹੈ, ਪਰ ਥਣਾ ਦੇ ਨਾਲ ਲੱਗਿਆ ਹੋਇਆ ਚਿੱਚੜ ਦੁੱਧ ਨਹੀਂ ਪੀ ਸਕਦਾ, ਉਹਦੇ ਭਾਗਾਂ ਵਿੱਚ ਨਹੀਂ ਹੈ। ਐਸੀ ਗੱਲ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਵੀ ਕਹੀ ਹੈ। ਡੱਡੂ ਦੀ ਉਦਾਹਰਨ ਦਿੰਦੇ ਆ ਕਿ ਡੱਡੂ ਕਿੱਥੇ ਰਹਿੰਦਾ ਹੈ? ਪਾਣੀ ਵਿੱਚ। ਕਮਲ ਦੀਆਂ ਜੜ੍ਹਾਂ ਦੇ ਵਿੱਚ ਡੱਡੂ ਰਹਿ ਰਿਹਾ ਹੈ, ਚਿੱਕੜ ਵਿੱਚ ਡੱਡੂ ਰਹਿ ਰਿਹਾ ਹੈ, ਪਰ ਉਹਦੇ ਭਾਗਾਂ ਵਿੱਚ ਕਮਲ ਦੇ ਫੁੱਲ ਦੀ ਸੁਗੰਧੀ ਨਹੀਂ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਹੈ, ਦਾਦਰ, ਦਾਦਰ ਦਾ ਭਾਵ ਡੱਡੂ ਆਪ ਸਮਝਦੇ ਹੋ, ਦਾਦਰ ਤੂੰ ਕਭੈ ਨਾ ਜਾਣ ਸਰੇ, ਪਖਸ ਸਬਾਲ ਬਸ ਨਿਰਮਲ ਜਲ, ਅੰਮ੍ਰਿਤ ਨਾ ਲਖਸਰੇ। ਸਤਿਗੁਰੂ ਨਾਨਕ ਦਾਤਾ ਜੀ ਵਚਨ ਕਰਦੇ ਆ, ਹੇ ਡੱਡੂ, ਤੂੰ ਕਮਲ ਦੀਆਂ ਜੜ੍ਹਾਂ ਵਿੱਚ ਰਹਿ ਕੇ ਕਮਲ ਦੀਆਂ ਜੜ੍ਹਾਂ ਨੂੰ ਲੱਗਿਆ ਹੋਇਆ ਜਾਲਾ ਤੂੰ ਖਾਈ ਜਾ ਰਿਹਾ ਹੈ। ਸਬਾਲ ਦਾ ਅਰਥ ਹੈ ਜਾਲਾ, ਹਰੇ ਭਾਈ, ਤੂੰ ਕਮਲ ਦੀਆਂ ਜੜ੍ਹਾਂ ਨੂੰ ਲੱਗਿਆ ਹੋਇਆ ਜਾਲਾ ਹੀ ਖਾਈ ਜਾ ਰਿਹਾ ਹੈ। ਪਰ ਉਸ ਭਵਰੇ ਵੱਲ ਦੇਖ, ਜਿਹੜਾ ਭਵਰਾ ਦੂਰੋਂ ਆਉਂਦਾ ਉੱਡ ਕੇ, ਉਹ ਕਮਲ ਦੀ ਸੁਗੰਧੀ ਮਾਣ ਜਾਂਦਾ ਹੈ, ਪਰ ਤੇਰੇ ਭਾਗਾਂ ਵਿੱਚ ਨਹੀਂ। ਹੁਣ ਧਾਰਮਿਕ ਸਥਾਨਾਂ ਤੇ ਆਉਣ ਵਾਲਿਆਂ ਦੀ ਸਾਡੀ ਵੀ ਹਾਲਤ ਉਸ ਡੱਡੂ ਵਰਗੀ ਹੋ ਜਾਂਦੀ ਹੈ ਬਹੁਤ ਵਾਰੀ। ਮਾਫ਼ ਕਰਨਾ, ਮੈਂ ਸਾਰਿਆਂ ਦੀ ਗੱਲ ਨਹੀਂ, ਉਹਨਾਂ ਦੀ ਗੱਲ ਜਿਹੜੇ ਗੁਰੂ ਘਰ ਆ ਕੇ ਵੀ ਗੁਰੂ ਦੇ ਬਚਨ ਨਹੀਂ ਮੰਨਦੇ। ਗੁਰੂ ਦੇ ਬਚਨਾਂ ਨੂੰ ਮੰਨਣਾ ਅਤ ਜ਼ਰੂਰੀ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਤਾਂ ਬੜੇ ਸਖਤੀ ਨਾਲ ਇਹ ਬਚਨ ਵੀ ਕਹਿ ਦਿੱਤੇ ਸਨ ਕਿ ਸਤਿਗੁਰੂ ਨੂੰ ਸਭ ਕੋ ਦੇਖਦਾ, ਕਿ ਸਤਿਗੁਰੂ ਦੇ ਦੀਦਾਰ ਤਾਂ ਸਾਰੇ ਕਰੀ ਜਾ ਰਹੇ ਹੈ। ਸਤਿਗੁਰੂ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿਠੈ ਮੁਕਤ ਨ ਹੋਵੇ, ਜਿਚਰ ਸ਼ਬਦ ਨਾ ਕਰੈ ਵਿਚਾਰ। ਜਿੰਨੀ ਦੇਰ ਤੱਕ ਸ਼ਬਦ ਦੀ ਵਿਚਾਰ ਨਾ ਕੀਤੀ ਜਾਵੇ, ਹੇ ਭਾਈ ਪਾਰ ਉਤਾਰਾ ਉਨੀ ਦੇਰ ਤੱਕ ਕਿਵੇਂ? ਮੈਂ ਅਰਜ਼ ਕੀਤੀ ਸੀ ਕਿ ਪ੍ਰਾਤਨ ਗੁਰਸਿੱਖ ਬੜੇ ਲੰਮੇ ਸਮੇਂ ਬਾਅਦ ਸਾਲਾਂ ਬੱਧੀ ਗੁਰੂ ਘਰ ਆਉਂਦੇ ਸੀ। ਇਹ ਤਾਂ ਭਾਈ ਡੱਲਾ ਨਿਵਾਸੀ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਰਮ ਪਿਆਰੇ ਗੁਰਸਿੱਖ ਭਾਈ ਪਾਰੂ ਜੀ, ਜਿਨ੍ਹਾਂ ਨੂੰ ਪਰਮਹੰਸ ਦਾ ਖਿਤਾਬ ਮਿਲਿਆ, ਉਹਨਾਂ ਨੇ ਬੇਨਤੀ ਕੀਤੀ, ਸਤਿਗੁਰੂ ਦਾਤਾ, ਗੁਰਸਿੱਖਾਂ ਦਾ ਮੇਲ ਨਹੀਂ ਹੁੰਦਾ, ਆਪ ਕਿਰਪਾ ਕਰੋ, ਸਾਲ ਵਿੱਚ ਇੱਕ ਵਾਰ ਜਾਂ 2 ਵਾਰ ਇਸ ਤਰ੍ਹਾਂ ਦਾ ਸਮਾਂ ਨਿਸ਼ਚਿਤ ਕਰ ਦੇਵੋ ਕਿ ਸਾਰੇ ਗੁਰਸਿੱਖ ਇੱਕ ਦੂਜੇ ਨਾਲ ਸਾਂਝ ਬਣਾ ਕੇ ਰੱਖਣ। ਜਿਵੇਂ ਅਰਦਾਸ ਵਿੱਚ ਵੀ ਬਚਨ ਆਉਂਦੇ ਹੈ ਨਾ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੈ। ਭਾਈ ਪਾਰੂ ਜੀ ਨੇ ਬੇਨਤੀ ਕੀਤੀ ਤਾਂ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਮਹਾਰਾਜ ਨੇ ਭਾਈ ਪਾਰੂ ਜੀ ਦੀ ਅਤੇ ਕੁਝ ਹੋਰ ਗੁਰਸਿੱਖਾਂ ਦੀ ਬੇਨਤੀ ਸਵੀਕਾਰ ਕਰਕੇ ਗੁਰੂ ਘਰ ਵਿੱਚ ਪਹਿਲਾ ਵਿਸਾਖੀ ਦਾ ਜੋੜ ਮੇਲਾ ਆਰੰਭ ਕੀਤਾ ਅਤੇ ਇਹ ਵਿਸਾਖੀ ਦਾ ਜੋੜ ਮੇਲਾ ਕਲਗੀਧਰ ਪਾਤਸ਼ਾਹ ਮਹਾਰਾਜ ਤੱਕ ਚੱਲਦਾ ਰਿਹਾ ਸੀ। ਜਿੱਥੇ ਵੀ ਗੁਰੂ ਸਾਹਿਬਾਨ ਹੁੰਦੇ ਉੱਥੇ ਹੀ ਵਿਸਾਖੀ ਦਾ ਜੋੜ ਮੇਲਾ ਮਨਾਇਆ ਜਾਂਦਾ ਅਤੇ ਇਸੇ ਵਿਸਾਖੀ ਦੇ ਜੋੜ ਮੇਲੇ ਤੇ ਹੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਚਰਨ ਪੌਲ ਨੂੰ ਖੰਡੇ ਦੀ ਪੌਲ ਵਿੱਚ ਬਦਲ ਦਿੱਤਾ ਸੀ। ਪ੍ਰਾਤਨ ਇਤਿਹਾਸ ਦੱਸਦਾ ਹੈ
ਭਾਵੇਂ ਕੁਝ ਵਿਦਵਾਨ ਆਪਣੇ ਬੁੱਧੀ ਦੇ ਮੁਤਾਬਕ, ਆਪਣੀ ਸਿਆਣਪ ਦੇ ਮੁਤਾਬਕ ਦੀਵਾਲੀ ਦਾ ਖੰਡਨ ਕਰ ਜਾਂਦੇ ਆ ਕਿ ਦੀਵਾਲੀ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ। ਇਹ ਠੀਕ ਹੈ ਕਿ ਦਿਨਾਂ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ, ਪਰ ਜਿਹੜੇ ਇਤਿਹਾਸਕ ਦਿਹਾੜੇ ਪੁਰਾਤਨ ਚੱਲੇ ਆ ਰਹੇ ਹੈ, ਦੋ ਜੋੜ ਮੇਲੇ ਗੁਰੂ ਘਰ ਵਿੱਚ ਪੁਰਾਤਨ ਚੱਲੇ ਆ ਰਹੇ ਹੈ, ਵਿਸਾਖੀ ਦਾ ਅਤੇ ਦੀਵਾਲੀ ਦਾ, ਕਿਉਂਕਿ 6 ਮਹੀਨੇ ਦਾ ਤਕਰੀਬਨ ਫਰਕ ਹੈ ਕਿ ਘੱਟੋ ਘੱਟ ਦੂਰ ਦਰਾਡੇ ਦੀਆਂ ਸੰਗਤਾਂ ਗੁਰੂ ਦਰ ਤੇ ਸਾਲ ਵਿੱਚ 2 ਵਾਰੀ ਤਾਂ ਮਿਲਣ। ਸੋ ਇਸ ਕਰਕੇ ਇਹ ਪੁਰਾਤਨ ਜੋੜ ਮੇਲੇ ਦੋ ਚੱਲੇ ਆ ਰਹੇ ਆ, ਵਿਸਾਖੀ ਦਾ ਤੇ ਦੀਵਾਲੀ ਦਾ। ਭਾਵੇਂ ਦੀਵਾਲੀ ਦਾ ਬਹੁਤ ਸਾਰੇ ਵਿਦਵਾਨ ਖੰਡਨ ਕਰਦੇ ਆ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ, ਪਰ ਦੀਵਾਲੀ ਦਾ ਜੋੜ ਮੇਲਾ ਮਨਾਉਣ ਵਾਸਤੇ ਭਾਈ ਮਣੀ ਸਿੰਘ ਵਰਗੇ ਵੀ ਸ਼ਹੀਦ ਹੋਏ ਹੈ। ਸੋ ਮੈਂ ਅਰਜ਼ ਕਰ ਰਿਹਾ ਸਾਂ ਕਿ ਦੂਰ ਰਹਿ ਕੇ ਵੀ ਗੱਲ ਤਾਂ ਇੰਨੀ ਹੈ ਕਿ ਮਨ ਸਾਡਾ ਗੁਰੂ ਦੇ ਚਰਨਾਂ ਵਿੱਚ, ਅਤੇ ਜੇ ਸਾਨੂੰ ਇਹ ਬਹੁਤ ਵਧੀਆ ਸਹੂਲਤ ਮਿਲੀ ਹੈ, ਬਹੁਤ ਸੋਹਣੇ ਸੋਹਣੇ ਗੁਰੂ ਘਰ ਮਿਲੇ ਹੈ। ਕਈ ਤਾਂ ਵਿਚਾਰਕ ਸੋਹਣੇ ਗੁਰੂ ਘਰਾਂ ਦੀ ਵੀ ਨੁਕਤਾਚੀਨੀ ਕਰੀ ਜਾਂਦੇ ਹੈ ਕਿ ਅਸੀਂ ਗੁਰਦੁਆਰੇ ਬਣਾਈ ਜਾ ਰਹੇ ਹਾਂ ਜੀ, ਸਿੱਖ ਕਿਉਂ ਨਹੀਂ ਬਣਾਉਂਦੇ। ਹੁਣ ਜਿਹੜੇ ਵੀਰ ਗੁਰਦੁਆਰੇ ਬਣਾ ਰਹੇ ਹੈ, ਤਾਂ ਜਿਹੜੇ ਵੀਰਾਂ ਨੂੰ ਇਹ ਨੁਕਤਾਚੀਨੀ ਇਹ ਉਹ ਕਰ ਰਹੇ ਹੈ, ਉਹ ਸਿੱਖਾਂ ਨੂੰ ਗੁਰਦੁਆਰੇ ਲੈ ਕੇ ਤਾਂ ਆਉਣ। ਇਹ ਪ੍ਰੇਰਨਾ ਤਾਂ ਸਹੀ ਕਿ ਭਾਈ ਉਸ ਮਾਲਕ ਨੇ ਕਿਰਪਾ ਕੀਤੀ, ਬੜੇ ਸੋਹਣੇ ਸੋਹਣੇ ਗੁਰਧਾਮ ਬਣੇ ਹੈ, ਪਰ ਇਹ ਗੁਰਧਾਮ ਖਾਲੀ ਕਿਉਂ? Sri Hare Krishna, जिस दिखे सब दुख